ਕਾਰਣ ਜੇ ਹਰ ਪ੍ਰਭ ਸਾਚੇ ਭਾਵਾ, ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ, ਹਉ ਕਿਉ ਕਰ ਧੀਰਜ ਪਾਵਾ। ਜਿਸ ਕਾਰਣ ਹਉ ਸਿਗਾਰ ਸਿਗਾਰੀ, ਸੋ ਪਿਰ ਰਤਾ ਮੇਰਾ ਆਵਰਾ। ਨਾਨਕ ਧਨ 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 ਸੁਹਾਗਣ, ਜਿਨ ਪਿਰ ਰਾਵਿਅੜਾ ਸੱਚ ਸਵਰਾ। ਹਉ ਜਾਏ ਪੁੱਛਾ ਸੁਹਾਗ ਸੁਹਾਗਣ, ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ। ਮੈਂ ਉਪਰ ਨਦਰ ਕਰੀ ਪਿਰ ਸਾਚੈ, ਮੈਂ ਛੋੜਿਅੜਾ ਮੇਰਾ ਤੇਰਾ। ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲੀਐ। ਆਪਨੜਾ ਪ੍ਰਭ ਨਦਰ ਕਰ ਦਿਖੈ, ਨਾਨਕ ਜੋਤ ਜੋਤੀ ਰਲੀਐ। ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ, ਤਿਸ ਮਨ ਤਨ ਆਪਣਾ ਦੇਵਾ। ਨਿਤ ਪੱਖਾ ਫੇਰੀ ਸੇਵ ਕਮਾਵਾ, ਤਿਸ ਆਗੈ ਪਾਣੀ ਢੋਵਾ। ਨਿਤ ਨਿਤ ਸੇਵ ਕਰੀ ਹਰ ਜਨ ਕੀ, ਜੋ ਹਰ ਹਰ ਕਥਾ ਸੁਣਾਏ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ। ਗੁਰ ਸਤਿਗੁਰ ਪਾਸੋ ਹਰ ਗੋਸਟ ਪੁੱਛਾਂ, ਕਰ ਸਾਂਝੀ ਹਰ ਗੁਣ ਗਾਵਾਂ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਜਿਸਨੋ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਪ ਹਰ ਸੇਤੀ ਰਲਿਆ, ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਪ ਹਰ ਸੇਤੀ ਰਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग सन्मानयोग गुरु की साजी और नवाजी हुई। गुरु का खास रूप गुरु खालसा साध संगत जियो, जिनके भाग बड़े हैं भाई तन साधु संग मुख जुरे। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਵਿੱਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਰੇ। ਔਰ ਮੇਰੀ ਪੀਰੀ ਦੇ ਮਾਲਕ ਸਤਿਗੁਰੂ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ। ਅੱਜ ਦੇ ਦਿਨ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਡਾਲੀ ਨਗਰ ਵਿੱਚ ਪ੍ਰਕਾਸ਼ ਧਾਰਨ ਕੀਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਹਾਰਾਜ ਜੀ ਦੀ ਸ਼ਾਦੀ ਤੋਂ ਬਾਅਦ ਕਾਫੀ ਵਰੇ ਬਾਅਦ ਤਾਈਂ ਸੰਤਾਨ ਨਹੀਂ ਸੀ। ਬਾਬੇ ਪ੍ਰਿਥੀ ਚੰਦ ਦੇ ਮਨ ਵਿੱਚ ਕਪਟ ਤੇ ਛਲ ਤੇ ਫਰੇਬ ਦੀ ਬਿਰਤੀ ਸੀ ਕਿ ਓਤ ਨੇ ਇਹਨਾਂ ਕੋਲ ਜਿਤਨੀ ਸੰਪਦਾ ਹੈ ਵਿਭੂਤੀ ਹੈ ਗੁਰਿਆਈ ਸਮੇਤ ਉਹ ਮੇਰੇ ਕੋਲ ਆਏਗੀ ਔਰ ਉਹਦਾ ਮਾਲਕ ਮੇਰਾ ਪੁੱਤਰ ਮਿਹਰਬਾਨ ਹੋਵੇਗਾ। ਬਾਬਾ ਮਿਹਰਬਾਨ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਭਤੀਜੇ ਨੇ। ਸਤਿਗੁਰੂ ਜੀ ਬੜਾ ਚਾਅ ਕਰਦੇ ਆ ਮਿਹਰਬਾਨ ਨੂੰ ਗੋਦ 'ਚ ਬਿਠਾ ਕੇ ਲਾਡ ਲਡਾਉਂਦੇ ਆ, ਕਿਉਂਕਿ ਮੇਰੇ ਸਾਹਿਬ ਦੀ ਦ੍ਰਿਸ਼ਟੀ ਤਾਂ ਸਾਰਿਆਂ ਪ੍ਰਤੀ ਇੱਕ ਸਮਾਨ ਹੈ, ਨਾ ਕੋਈ ਵੈਰੀ ਦਿਸਦਾ ਨਾ ਕੋਈ ਬਗਾਨਾ ਦਿਸਦਾ ਹੈ। ਇੱਕ ਦਿਨ ਕਰਮੋ ਨੇ ਜੋ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਹੈ ਤੇ ਮਾਤਾ ਗੰਗਾ ਦੀ ਜਠਾਣੀ ਹੈ ਤਾਨਾ ਮਾਰਿਆ ਕਿ ਤਾਂ ਓਤ ਨੇ ਇਹਨਾਂ ਦੇ ਘਰ ਵਿੱਚ ਜਿਹੜੇ ਕੀਮਤੀ ਦੁਸ਼ਾਲੇ ਨੇ ਜੋ ਕੁਝ ਵੀ ਹੈ ਇਹਦੇ ਮਾਲਕ ਤਾਂ ਇੱਕ ਦਿਨ ਅਸੀਂ ਹੋਣਾ। ਦਾਸੀ ਨੇ ਆ ਕੇ ਮਾਤਾ ਗੰਗਾ ਜੀ ਨੂੰ ਦੱਸਿਆ। ਮਾਤਾ ਜੀ ਦੇ ਮਨ 'ਚ ਕਦੇ ਪਹਿਲਾਂ ਸੰਤਾਨ ਦੀ ਇੱਛਾ ਨਹੀਂ ਸੀ ਹੋਈ, ਪਰ ਅੱਜ ਇੱਛਾ ਹੋਈ ਤੇ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਹਜ਼ਾਰਾਂ ਲੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹੋ, ਮੈਂ ਤੁਹਾਡੀ ਦਾਸੀ ਹਾਂ, ਮੇਰੀ ਕਾਮਨਾ ਵੀ ਪੂਰੀ ਕਰੋ। ਤਾਂ ਸਾਹਿਬ ਪੁੱਛਦੇ ਐ ਸੁਮਤੇ ਇਹ ਦੱਸ ਕੀ ਇੱਛਾ ਹੈ ਤੇਰੀ। ਮਹਾਰਾਜ ਮੇਰੀ ਗੋਦ ਵਿੱਚ ਵੀ ਪੁੱਤ ਖੇਡੇ ਮੇਰੀ ਇੱਛਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਗੰਗਾ ਜੀ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਡੀ ਇੱਛਾ ਪੂਰੀ ਕਰਨਗੇ। ਜਾਓ ਜਾ ਕੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾ ਕੇ ਬੇਨਤੀ ਕਰੋ। ਆਪ ਵੀ ਬਚਨ ਕਰ ਸਕਦੇ ਨੇ ਮਹਾਰਾਜ ਪੰਜਵੇਂ ਪਾਤਸ਼ਾਹ, ਪਰ ਸਤਿਗੁਰੂ ਜੀ ਆਪਣਿਆਂ ਸੇਵਕਾਂ ਦੀ ਵਡਿਆਈ ਵੇਖ ਕੇ ਬੜੇ ਪ੍ਰਸੰਨ ਹੁੰਦੇ ਆ। ਆਪਣਿਆਂ ਜਨਾਂ ਦੀ ਵਡਿਆਈ ਕਰਾ ਕੇ ਵੇਖ ਕੇ ਬੜੀ ਖੁਸ਼ੀ ਕਰਦੇ। ਮਾਤਾ ਜੀ ਰੱਥ ਤੇ ਸਵਾਰ ਹੋਏ, ਦਾਸੀਆਂ ਦਾਸ ਨਾਲ ਲਏ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਾਬਾ ਬੁੱਢਾ ਸਾਹਿਬ ਦੀ ਬੀੜ ਠੱਠਾ ਨਗਰ ਹੈ, ਉੱਥੇ ਚੱਲ ਕੇ ਆਏ। ਸੁਭਾਵਕ ਬਚਨ ਹੋ ਗਿਆ ਇੱਕਦਮ ਭਗਦੜ ਵੇਖ ਕੇ ਵੀ ਇਹ ਗੁਰੂ ਕਿਆਂ ਨੂੰ ਅੱਜ ਭਾਜੜਾਂ ਕਿਵੇਂ ਪਈਆਂ। ਮਹਾਰਾਜ ਜੀ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ
ਉਹਨਾਂ ਦੇ ਪਾਸ ਜਾ ਕੇ ਮਾਤਾ ਜੀ ਨੇ ਬੇਨਤੀ ਕੀਤੀ, ਬਾਬਾ ਜੀ ਪੁੱਤਰ ਦਾ ਵਰ ਲੈਣ ਆਈ ਹਾਂ। ਤੇ ਬਾਬਾ ਜੀ ਨੇ ਆਖਿਆ, ਮਾਤਾ ਜੀ ਮੈਂ ਤਾਂ ਗੁਰੂ ਨਾਨਕ ਦੇ ਘਰ ਦੇ ਖੇਤਾਂ ਦਾ ਘਾਈਆ ਹਾਂ, ਪੁੱਤਰ ਦੀ ਦਾਤ ਲੈਣੀ ਆ ਤਾਂ ਪੰਜਵੇਂ ਪਾਤਸ਼ਾਹ ਨੂੰ ਕਹੋ। ਮਾਤਾ ਜੀ ਨਿਰਾਸ਼ ਹੋ ਕੇ ਵਾਪਸ ਆ ਗਏ। ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬਾਬਾ ਜੀ ਨੇ ਏਦਾਂ ਜਵਾਬ ਦੇ ਦਿੱਤਾ। ਮਹਾਰਾਜ ਜੀ ਕਹਿਣ ਲੱਗੇ, ਗੰਗਾ ਜੀ ਮਹਾਂਪੁਰਸ਼ਾਂ ਸਾਧੂਆਂ ਦੇ ਕੋਲ ਜਦੋਂ ਕੁਝ ਲੈਣ ਜਾਈਏ ਤਾਂ ਬੜੀ ਨਿਮਰਤਾ ਤੇ ਹਲੀਮੀ ਨਾਲ ਜਾਣਾ ਚਾਹੀਦਾ। ਰੱਬ ਦੇ ਪਿਆਰਿਆਂ ਵਿੱਚ, ਮਹਾਂਪੁਰਸ਼ਾਂ ਵਿੱਚ ਤੇ ਪਰਮੇਸ਼ਰ 'ਚ ਕਦੇ ਭੇਦ ਨਹੀਂ ਸਮਝਣਾ। ਰੱਬ ਦੇ ਪਿਆਰੇ ਪਰਮੇਸ਼ਰ ਦਾ ਹੀ ਰੂਪ ਹੁੰਦੇ ਆ, ਪਰਮਾਤਮਾ ਦਾ ਨਿਤ ਅਵਤਾਰ ਹੁੰਦੇ ਆ ਜਿਹੜੇ ਮਹਾਂਪੁਰਸ਼ ਹੁੰਦੇ। ਉਹਨਾਂ ਕੋਲ ਨਿਮਰਤਾ ਨਾਲ, ਹਲੀਮੀ ਨਾਲ ਜਾਓ। ਬਾਬਾ ਬੁੱਢਾ ਸਾਹਿਬ ਜੀ ਮਿੱਸੇ ਪ੍ਰਸ਼ਾਦੇ ਬੜੇ ਖੁਸ਼ ਹੋ ਕੇ ਛਕਦੇ ਆ, ਤੇ ਗੰਗਾ ਜੀ ਹੱਥੀਂ ਤਿਆਰ ਕਰੋ, ਮਿੱਸੀਆਂ ਰੋਟੀਆਂ ਤੇ ਲੈ ਕੇ ਜਾਓ, ਨਾਲੇ ਰੱਥ ਤੇ ਨਾ ਜਾਇਓ, ਪੈਦਲ ਜਾਇਓ। ਧੰਨ ਮਾਤਾ ਗੰਗਾ ਜੀ ਰਾਤ ਨੂੰ ਅੱਜ ਦਹੀਂ ਜਮਾ ਦਿੱਤੀ ਹੈ। ਸਵੇਰੇ ਸਵਖਤੇ ਉੱਠ ਕੇ ਆਪਣੇ ਹੱਥੀਂ ਤਾਜ਼ਾ ਆਟਾ ਪੀਸਿਆ। ਦਾਸੀਆਂ ਕਹਿੰਦੀਆਂ ਅਸੀਂ ਪੀਸਦੀਆਂ, ਕਹਿੰਦੇ ਨਾ ਭਾਈ ਇਹ ਸੇਵਾ ਮੈਂ ਆਪਣੇ ਹੱਥੀਂ ਕਰਨੀ। ਆਪਣੇ ਹੱਥੀਂ ਆਟਾ ਪੀਸ ਕੇ ਵਿੱਚ ਛੋਲੇ ਪਾ ਕੇ ਉਹਨਾਂ ਨੂੰ ਪੀਸਿਆ, ਪ੍ਰਸ਼ਾਦੇ ਤਿਆਰ ਕੀਤੇ ਮਾਤਾ ਜੀ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਮੋਟ ਰੋਟਕਾ, ਮੋਟੀਆਂ ਮੋਟੀਆਂ ਰੋਟੀਆਂ ਬਣਾਈਆਂ ਨੇ। ਪੁਰਾਣੇ ਸਮਿਆਂ ਵਿੱਚ ਜ਼ਿਆਦਾ ਤੌਰ ਤੇ ਹੁਣ ਵੀ ਬਜ਼ੁਰਗ ਮਾਤਾਵਾਂ ਜਦੋਂ ਚੁੱਲ੍ਹਿਆਂ ਦੇ ਉੱਤੇ, ਅੱਗ ਵਾਲੇ ਚੁੱਲ੍ਹਿਆਂ ਦੇ ਉੱਤੇ ਪ੍ਰਸ਼ਾਦਾ ਤਿਆਰ ਕਰਦੇ ਆ ਤੇ ਵੱਡਾ ਪ੍ਰਸ਼ਾਦਾ, ਭਾਰਾ ਮੋਟਾ ਪ੍ਰਸ਼ਾਦਾ ਤਿਆਰ ਕਰਦੇ, ਉਹ ਸਹਿਜੇ ਸਹਿਜੇ ਪੱਕਦਾ ਹੈ। ਤੋ ਪ੍ਰਸ਼ਾਦੇ ਮਾਤਾ ਜੀ ਨੇ ਤਿਆਰ ਕੀਤੇ, ਦਹੀਂ ਆਪਣੇ ਹੱਥਾਂ ਨਾਲ ਰਿੜਕੀ ਤੇ ਥੋੜੀ ਥੋੜੀ ਖਟਾਸ ਵਾਲੀ ਲੱਸੀ ਤਿਆਰ ਹੋਈ। ਮੱਖਣ ਵੱਖਰਾ ਕੱਢ ਕੇ ਕੁੱਜੇ 'ਚ ਪਾਇਆ, ਲੱਸੀ ਇੱਕ ਚਾਟੀ 'ਚ ਪਾ ਕੇ, ਪ੍ਰਸ਼ਾਦੇ ਬੰਨ੍ਹ ਕੇ, ਨਾਲ ਇੱਕ ਗੰਢਾ ਲੈ ਕੇ, ਅਚਾਰ ਲੈ ਕੇ, ਸਤਿਕਾਰਯੋਗ ਮਾਤਾ ਗੰਗਾ ਜੀ ਨੇ ਪੱਤਾ ਆਪਣੇ ਸੀਸ ਤੇ ਰੱਖਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬੇ ਬੁੱਢੇ ਦੀ ਬੀੜ ਨੂੰ ਪੈਦਲ ਟੁਰ ਪਏ। ਲੰਮਾ ਪਿੰਡ ਹੈ, ਦਾਸੀਆਂ ਦਾਸ ਨਾਲ ਆਏ ਨੇ। ਮਾਤਾ ਜੀ ਨੇ ਵਰਜ ਦਿੱਤਾ, ਮੇਰੇ ਨਾਲ ਨਹੀਂ ਕਿਸੇ ਜਾਣਾ। ਥੋੜੀ ਦੂਰੀ ਤੇ ਰਹਿ ਕੇ ਫਿਰ ਵੀ ਉਹਨਾਂ ਆਪਣੀ ਡਿਊਟੀ ਨਿਭਾਈ। ਮਾਤਾ ਗੰਗਾ ਜੀ ਟੁਰੇ ਜਾ ਰਹੇ ਨੇ, ਸਾਹਿਬ ਦੇ ਸਿਮਰਨ ਦੇ ਰੰਗ ਵਿੱਚ ਰੰਗੇ ਹੋਏ। ਕਦੇ ਇਹਨਾਂ ਚੱਲੇ ਨਹੀਂ ਹਨ। ਸੀਸ ਤੇ ਚਾਟੀ ਧਰੀ ਆ, ਲੱਸੀ ਦੀ ਗਰਦਨ ਆਕੜ ਗਈ ਹੈ, ਪਰ ਮਨ ਅਡੋਲ ਹੈ ਕਿ ਅੱਜ ਮੈਨੂੰ ਪੁੱਤਰ ਦਾ ਵਰ ਪ੍ਰਾਪਤ ਹੋ ਜਾਣਾ। ਅੱਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਪੀੜ੍ਹੀ ਅੱਗੇ ਵੇਲ ਵਧਣੀ ਹੈ, ਚੱਲਣੀ ਹੈ। ਸਤਿਗੁਰ ਸਾਚਾ ਦੀਆ ਭੇਜ ਦੀ ਖੇਡ ਵਰਤਣੀ ਹੈ। ਜਦੋਂ ਪਹੁੰਚੇ ਮਾਤਾ ਜੀ, ਬਾਬਾ ਬੁੱਢਾ ਸਾਹਿਬ ਜੀ ਅੱਗੇ ਪਹਿਲਾਂ ਹੀ ਉਡੀਕ ਰਹੇ ਨੇ, ਮਾਨੋ ਜਿਵੇਂ ਜਾਣਦੇ ਨੇ। ਅੱਗੇ ਆਏ, ਵੱਧ ਕੇ ਮਾਤਾ ਜੀ ਦੇ ਸਿਰ ਤੋਂ ਆਪ ਚਾਟੀ ਲਾਈ ਤੇ ਆਖਿਆ, ਮਾਤਾ ਜੀ ਤਾਂ ਬੜਾ ਚੰਗਾ ਕੀਤਾ, ਤੁਹਾਨੂੰ ਪਤਾ ਸੀ ਵੀ ਅੱਜ ਤੁਹਾਡੇ ਪੁੱਤ ਨੂੰ ਭੁੱਖ ਡਾਢੀ ਲੱਗੀ, ਆਪ ਹੀ ਆ ਗਏ ਪ੍ਰਸ਼ਾਦਾ ਲੈ ਕੇ।
ਬੜੇ ਚਾਅ ਨਾਲ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਖੋਲ ਕੇ ਛਕਣ ਲੱਗੇ ਨੇ। ਇੱਕਦਮ ਬਿਜਲੀ ਕੜਕੀ ਹੈ, ਬੱਦਲ ਗਰਜੇ ਨੇ, ਹਾਲਾਂਕਿ ਧੁੱਪ ਚੜੀ ਹੋਈ ਹੈ। ਬਿਜਲੀ ਦਾ ਗਰਜਣਾ ਤੇ ਬੱਦਲਾਂ ਦਾ ਗਰਜਣਾ ਥੋੜਾ ਜਿਹਾ ਅਸੰਭਵ ਸੀ, ਪਰ ਕਹਿੰਦੇ ਉਹ ਚਮਕਦੀ ਹੋਈ ਬਿਜਲੀ ਤੇ ਗਰਜਦੇ ਹੋਏ ਬੱਦਲ ਮਾਨੋ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਰਹੇ ਨੇ, ਬਾਬਾ ਜੀ ਦੇਰੀ ਨਾ ਲਾਓ, ਅੱਜ ਮਾਤਾ ਗੰਗਾ ਜੀ ਆਏ ਨੇ, ਗੁਰੂ ਕੇ ਮਹਿਲ ਆਏ ਨੇ, ਤੁਸੀਂ ਬਚਨ ਕਰੋ ਇਹਨਾਂ ਦੇ ਗ੍ਰਹਿ ਵਿਖੇ ਪੁੱਤਰ ਦਾ ਜਨਮ ਹੋਵੇ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ, ਆਖਿਆ ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ। ਮਾਤਾ ਜੀ ਤੁਹਾਡੇ ਗ੍ਰਹਿ ਵਿਖੇ ਸੂਰਬੀਰ ਬਹਾਦਰ ਯੋਧਾ ਪੁੱਤ ਜਨਮ ਲਵੇਗਾ, ਜਿਹੜਾ ਮਲੇਛਾਂ ਦੇ ਸਿਰ ਭੰਨੇਗਾ, ਜਰਵਾਣਿਆਂ ਦੇ ਸਿਰ ਭੰਨੇਗਾ। ਮਾਤਾ ਜੀ ਨੂੰ ਮਾਨੋ ਜਿਵੇਂ ਅੱਜ ਹੀ ਪੁੱਤ ਦੀ ਪ੍ਰਾਪਤੀ ਹੋ ਗਈ ਹੋਵੇ, ਇੰਨੀ ਖੁਸ਼ੀ। ਵਾਪਸ ਆਏ, ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਬਾਬਾ ਜੀ ਨੇ ਵਰ ਦੇ ਦਿੱਤਾ, ਬਖਸ਼ਿਸ਼ ਕਰ ਦਿੱਤੀ ਹੈ। ਉੱਥੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਮਾਝੇ ਦੇ ਇਲਾਕੇ 'ਚ ਪ੍ਰਗਟ ਹੋਇਆ, ਪੁੱਤਰਾਂ ਦੇ ਦਾਨੀ। ਅੱਜ ਵੀ ਉਹ ਜੋੜ ਮੇਲਾ ਅੱਸੂ ਦੇ ਮਹੀਨੇ 'ਚ ਬਾਬਾ ਬੁੱਢਾ ਸਾਹਿਬ ਦੀ ਬੀੜ ਵਿਖੇ ਮਨਾਇਆ ਜਾਂਦਾ ਹੈ, ਜਿਸ ਦਿਨ ਮਾਤਾ ਜੀ ਨੂੰ ਬਾਬਾ ਜੀ ਨੇ ਬਚਨ ਕੀਤਾ ਸੀ। ਮਾਝੇ ਦੇ ਹਰ ਇੱਕ ਨਗਰ ਦੇ ਵਿੱਚੋਂ ਤਕਰੀਬਨ ਪੈਦਲ ਚੱਲ ਕੇ ਸੰਗਤਾਂ ਆਉਂਦੀਆਂ। ਪਿਛਲੇ ਸਾਲ ਦਾਸ ਗਿਆ ਸੀ, ਸੁਭਾਵਕ ਉੱਥੇ ਕੋਈ ਸਮਾਗਮ ਸੀ ਨੇੜੇ। ਰਾਤ ਦੇ ਸਮੇਂ 12-1 ਵਜੇ ਨਿੱਕੇ ਨਿੱਕੇ ਬੱਚੇ ਪੈਦਲ ਟੁਰ ਕੇ ਜਾ ਰਹੇ। ਜਿਹਨੂੰ ਪੁੱਛਿਆ ਕਹਿੰਦੇ ਬਾਬੇ ਬੁੱਢੇ ਦੀ ਬੀੜ ਚੱਲੇ। ਇਹ ਭਾਵਨਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਕੀਤਾ, ਗੰਗਾ ਜੀ ਜਿਹੜਾ ਬਚਨ ਬਾਬਾ ਜੀ ਨੇ ਪਹਿਲੋਂ ਕੀਤਾ ਪਹਿਲੋਂ ਪੂਰਾ ਹੋਣਾ ਚਾਹੀਦਾ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਵਡਾਲੀ ਆਏ, ਬਾਬਾ ਜੀ ਦਾ ਬਚਨ ਪੂਰਾ ਹੋਇਆ। ਸਤਿਗੁਰ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਕਲਾਵਰਤੀ ਅੱਜ ਦੇ ਦਿਨ ਅੰਮ੍ਰਿਤ ਵੇਲੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਕੀ ਵਡਾਲੀ ਨਗਰ ਵਿੱਚ ਮਾਤਾ ਗੰਗਾ ਜੀ ਦੇ ਉਦਰ ਤੋਂ ਪ੍ਰਕਾਸ਼ਮਾਨ ਹੋਣਾ ਕੀਤਾ, ਅਵਤਾਰ ਧਾਰਨ ਕੀਤਾ। ਦਾਸੀ ਭੱਜੀ ਆਈ, ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੀ ਹੈ, ਮਹਾਰਾਜ ਵਧਾਈਆਂ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ। ਤੇ ਮੇਰੇ ਸਾਹਿਬ ਨੇ ਆਖਿਆ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਵੇਲ ਵੱਧ ਚੱਲੀ, ਖੁਸ਼ੀ ਮਨਾਈ। ਧੰਨ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੂੰ ਪਤਾ ਲੱਗਾ, ਉਹ ਵਡਾਲੀ ਪਹੁੰਚੇ। ਬਾਬਾ ਜੀ ਨੇ ਆਪਣੇ ਦਸਤ ਕਮਲਾਂ 'ਚ 6ਵੇਂ ਪਾਤਸ਼ਾਹ ਜੀ ਨੂੰ ਚੁੱਕਿਆ ਤੇ ਦਰਸ਼ਨ ਕੀਤੇ ਐ। ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਐ। ਨਮਸਕਾਰ ਕਰਦਿਆਂ ਆਖਿਆ, ਇਹ ਦਲ ਭੰਜਨ ਗੁਰਸੂਰਮਾ ਹੈ, ਇਹ ਦਲ ਭੰਜਨ ਗੁਰਸੂਰਮਾ ਹੈ। 3 ਕੁ ਸਾਲ ਦੀ ਉਮਰ ਹੋਈ ਜਦੋਂ 6ਵੇਂ ਪਾਤਸ਼ਾਹ ਜੀ ਦੀ ਤੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਹੋਈ। ਉਸ ਵੇਲੇ ਮਹਾਰਾਜ 6ਵੇਂ ਪਾਤਸ਼ਾਹ ਦੀ ਤਨ ਦੀ ਉਮਰ ਤਕਰੀਬਨ 11 ਸਾਲ ਦੀ ਸੀ। ਗੁਰਗੱਦੀ ਤੇ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਮੀਰੀ ਤੇ ਪੀਰੀ ਦੀਆਂ 2 ਸ਼ਮਸ਼ੀਰਾਂ 2 ਤਲਵਾਰਾਂ ਮਹਾਰਾਜ ਜੀ ਨੇ ਗਾਤਰੇ ਧਾਰਨ ਕੀਤੀਆਂ। ਸੁਰ ਸਿੰਘ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ, ਤਰਨ ਤਾਰਨ ਸਾਹਿਬ ਦੇ ਨੇੜੇ
ਇਹ ਪਿੰਡ ਸੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਬਾਬਾ ਜੀ ਇੱਥੋਂ ਦੋ ਢਾਡੀਆਂ ਨੂੰ ਆਪਣੇ ਨਾਲ ਲੈ ਕੇ ਗਏ। ਇੱਕ ਦਾ ਨਾਮ ਸੀ ਨੱਥਾ ਤੇ ਦੂਜੇ ਦਾ ਨਾਮ ਸੀ ਭਾਈ ਅਬਦੁੱਲਾ। ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਹਾਜ਼ਰ ਹੋਏ ਤੇ ਆਖਿਆ, ਮਹਾਰਾਜ ਢਾਡੀ ਹਾਜ਼ਰ ਹੋਏ ਆਪ ਜੀ ਦੇ ਚਰਨਾਂ 'ਚ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ ਸੀ, ਅਕਾਲ ਤਖਤ ਸਾਹਿਬ ਤੇ ਢਾਡੀਆਂ ਨੇ ਵਾਰਾਂ ਗਾਈਆਂ ਤੇ ਪਹਿਲੀ ਵਾਰ ਗਾ ਕੇ ਛੇਵੇਂ ਪਾਤਸ਼ਾਹ ਦੀ ਸਿਫਤ ਕਰਦਿਆਂ ਕਿਹਾ, ਦੋ ਸ਼ਮਸ਼ੀਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਜਦੋਂ ਕਿਹਾ ਨਾ, ਪੱਗ ਤੇਰੀ ਕੀ ਜਹਾਂਗੀਰ ਦੀ। ਮਹਾਰਾਜ ਦਸਤਾਰ ਤਾਂ ਤੁਹਾਡੀ ਆ, ਜਹਾਂਗੀਰ ਦੀ ਕਾਹਦੀ ਦਸਤਾਰ। ਤੇ ਇੱਕ ਬੜਾ ਵੱਡਾ ਨਾਰਾ ਸੀ ਸਮੇਂ ਦੇ ਹੁਕਮਰਾਨਾਂ ਦੇ ਬਰਖਲਾਫ, ਉਹਨਾਂ ਦੇ ਜ਼ੁਲਮ ਦੇ ਖਿਲਾਫ। ਭਗਤੀ ਨਾਲ ਸ਼ਕਤੀ ਦਾ ਮੇਲ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਕਿਉਂਕਿ ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਧਰਮ ਤੇ ਨੀਤੀ, ਇਹ ਸੁਮੇਲ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਸਮਾਂ ਬੀਤਿਆ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਹੌਰ ਤੋਂ ਫੌਜਾਂ ਚੜ੍ਹ ਕੇ ਆਈਆਂ। ਅੰਮ੍ਰਿਤਸਰ ਸਾਹਿਬ, ਲੋਹਗੜ੍ਹ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ ਜੰਗ ਲੜਿਆ। ਇਹ ਸਿੱਖਾਂ ਦਾ ਪਹਿਲਾ ਜੰਗ ਸੀ ਸਮੇਂ ਦੇ ਜਰਬਾਣਿਆਂ ਦੇ ਖਿਲਾਫ। ਔਰ ਇਸ ਪਹਿਲੀ ਜੰਗ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ। 4 ਜੰਗਾਂ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਲੜੀਆਂ। ਐਸੇ ਦੀਨ ਦਿਆਲ ਸਤਿਗੁਰੂ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਸ਼੍ਰੀ ਹਰਗੋਬਿੰਦਪੁਰਾ ਨਗਰ ਖੂਬ ਵਸਾਇਆ। ਮਾਲਵੇ ਦੇ ਇਲਾਕੇ ਨੂੰ ਕਰਤਾਰਥ ਕੀਤਾ। ਮਹਾਰਾਜ ਦਾ ਜੰਗ ਲੜਿਆ। ਸ੍ਰੀ ਕਰਤਾਰਪੁਰ ਸਾਹਿਬ ਆ ਕੇ ਕਰਤਾਰਪੁਰ ਸਾਹਿਬ ਦਾ ਜੰਗ ਲੜਿਆ। ਬਾਬਾ ਅਲਮਸਤ ਜੀ ਨਾਨਕ ਮਤੇ ਦੇ ਇਲਾਕੇ ਦੇ ਵਿੱਚ ਬੈਠੇ ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅਸਥਾਨ ਦਾ ਨਿਰਾਦਰ ਕੀਤਾ। ਮਹਾਰਾਜ ਜੀ ਦੇ ਹੱਥਾਂ ਦੀ ਨਿਸ਼ਾਨੀ ਪਿੱਪਲ ਦਾ ਦਰਖਤ ਤੋਂ ਸਾੜ ਦਿੱਤਾ। ਉੱਥੇ ਬੈਠਿਆਂ ਆਰਾਧਨਾ ਕੀਤੀ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਮੇਰੀ ਰੱਖਿਆ ਕਰੋ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਫੌਜਾਂ ਸਮੇਤ ਮਹਾਰਾਜ ਜੀ ਨਾਨਕ ਮਤਾ ਸਾਹਿਬ ਪਹੁੰਚੇ। ਬਾਬੇ ਅਲਮਸਤ ਨੂੰ ਦਰਸ਼ਨ ਦਿੱਤੇ। ਸਿੱਧਾਂ ਨੂੰ ਦੰਡ ਦੇ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ, ਉਹਦੀ ਮਰਿਆਦਾ ਬਹਾਲ ਕੀਤੀ। ਜਿਹੜਾ ਦਰਖਤ ਸੜ ਚੁੱਕਾ ਸੀ, ਮਹਾਰਾਜ ਜੀ ਆਖਿਆ ਇਹਦੇ ਵਿੱਚ ਕੇਸਰ ਤੇ ਚੰਦਨ ਮਿਲਾ ਕੇ ਚਰਚਣ ਕਰੋ, ਹਰਾ ਭਰਾ ਹੋ ਜਾਏਗਾ। ਸੁੱਕੇ ਦਰਖਤ ਦੇ ਉੱਤੇ ਜਦੋਂ ਚਰਚਣ ਕੀਤਾ, ਰਾਤੋਂ ਰਾਤ ਉਹਦੇ ਵਿੱਚੋਂ ਹਰੀਆਂ ਲਗਰਾਂ ਫੁੱਟ ਆਈਆਂ। ਅੱਜ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਵੱਲੋਂ ਕੀਤੇ ਹੋਏ ਉਸ ਕੇਸਰ ਦੇ ਛਿੜਕਾਵ ਦੇ ਨਿਸ਼ਾਨ ਉਹਦੇ ਪੱਤਿਆਂ ਤੇ ਵੇਖਣ ਨੂੰ ਮਿਲਦੇ ਹਨ। ਕਿੱਥੇ ਕਸ਼ਮੀਰ ਦੇ ਇਲਾਕੇ 'ਚ ਮਾਈ ਭਾਗ ਭਰੀ ਬੈਠੀ, ਏਡੇ ਗਰੀਬ ਨਵਾਜ ਨੇ ਮੇਰੇ ਸਾਹਿਬ ਸੱਚੇ ਪਾਤਸ਼ਾਹ। ਮੈਂ ਗਰੀਬਣੀ ਦਾ ਇਹ ਕੱਤਿਆ ਹੋਇਆ ਸੂਤਰ ਦੇ ਧਾਗੇ ਦਾ ਚੋਲਾ ਉਹ ਪਾਤਸ਼ਾਹ ਦੇ ਪਾਤਸ਼ਾਹ ਸਾਹਿਬ ਆਪਣੇ ਤਨ ਤੇ ਕਿਵੇਂ ਪਾਉਣਗੇ? ਲੁਕੋ ਲਿਆ। ਮੰਗ ਕੇ ਕਹਿੰਦੇ ਆ, ਮਾਈ ਸਾਡੀ ਪੁਸ਼ਾਕ ਤਿਆਰ ਕੀਤੀ ਹੈ, ਤੈਂ ਹਾਜ਼ਰ ਨਹੀਂ ਕੀਤੀ, ਉਹੀ ਤਾਂ ਪਾਉਣ ਆਏ ਆ। ਮਾਤਾ ਦੇ ਨੇਤਰ ਸਜਲ ਨੇ ਅੱਗੇ ਪੁਸ਼ਾਕ ਕੀਤੀ ਹੈ। ਉਹ ਚੋਲਾ ਮਹਾਰਾਜ ਜੀ ਨੇ ਜਿਹੜਾ ਰੇਸ਼ਮ ਦਾ ਚੋਲਾ ਪਾਇਆ, ਉਹਦੇ ਉੱਤੋਂ ਦੀ ਪਾ ਕੇ ਉਹਨੂੰ ਥੱਲੇ ਕੱਜ ਲਿਆ। ਮਾਈ ਭਾਗ ਭਰੀ ਨੂੰ ਕਰਤਾਰਥ ਕੀਤਾ। ਗੁਜਰਾਤ ਦੇ ਇਲਾਕੇ ਵਿੱਚ ਦੌਲਾਂ ਦੀ ਗੁਜਰਾਤ
ਲਹਿੰਦੇ ਪੰਜਾਬ ਵਿੱਚ ਮਹਾਰਾਜ ਜੀ ਨੇ ਅਨੇਕਾਂ ਜੀਵਾਂ ਨੂੰ ਕਿਰਤਾਰਥ ਕੀਤਾ, ਮੀਆਂ ਦੌਲਾ ਨੂੰ ਕਿਰਤਾਰਥ ਕੀਤਾ। ਲਾਹੌਰ ਆਏ, ਲਾਹੌਰ ਵਿੱਚ ਸਾਈਂ ਮੀਆਂ ਮੀਰ ਜੀ ਮਹਾਰਾਜ ਜੀ ਦੇ ਸੇਵਕ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਅਭਿਲਾਖਾ ਹੋਈ। ਆਪਣੇ ਤਕੀਏ ਵਿੱਚ ਬਿਰਧ ਅਵਸਥਾ ਵਿੱਚ ਨੇ। ਛੇਵੇਂ ਪਾਤਸ਼ਾਹ ਖੁਦ ਚੱਲ ਕੇ ਸਾਈਂ ਮੀਆਂ ਮੀਰ ਜੀ ਦੇ ਤਕੀਏ ਵੱਲ ਗਏ, ਘੋੜੇ ਤੇ ਸਵਾਰ ਨੇ। ਸਾਈਂ ਜੀ ਨੂੰ ਕਿਸੇ ਨੇ ਖਬਰ ਦਿੱਤੀ, ਸਾਈਂ ਜੀ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਵੱਲ ਆ ਰਹੇ ਨੇ। ਆਪਣੇ ਡੇਰੇ ਚੋਂ ਬਾਹਰ ਨਿਕਲ ਕੇ ਆ ਕੇ ਸਤਿਗੁਰਾਂ ਨੂੰ ਜੀਓ ਆਇਆ ਕਹਿਣ ਲਈ ਖਲੋਤੇ ਨੇ। ਛੇਵੇਂ ਪਾਤਸ਼ਾਹ ਘੋੜੇ ਤੇ ਚੜ੍ਹੇ ਆਉਂਦੇ ਐ, ਕੋਲ ਆ ਕੇ ਘੋੜਾ ਰੋਕਿਆ ਤੇ ਸਾਈਂ ਜੀ ਨੇ ਰਕਾਬ ਮਹਾਰਾਜ ਜੀ ਦੇ ਚਰਨਾਂ ਵਾਲੀ ਹੱਥਾਂ 'ਚ ਲਈ ਹੈ। ਗੁਰਦੇਵ ਨੂੰ ਘੋੜੇ ਤੋਂ ਥੱਲੇ ਉਤਾਰਿਆ ਤੇ ਚਰਨਾਂ ਤੇ ਬੜੇ ਪਿਆਰ ਨਾਲ ਝੁਕ ਕੇ ਸਲਾਮ ਕੀਤੀ। ਕੁਝ ਬ੍ਰਹਮ ਵਿਚਾਰਾਂ ਹੋਈਆਂ ਨੇ। ਸਾਈਂ ਮੀਆਂ ਮੀਰ ਜੀ ਨੂੰ ਦਰਸ਼ਨ ਦੇ ਕੇ ਸਾਹਿਬ ਜਦੋਂ ਵਾਪਸ ਪਰਤ ਗਏ, ਕੁਝ ਕੱਟੜ ਤੇ ਮੁਤਸਬੀ ਮੁਸਲਮਾਨਾਂ ਨੇ ਬਾਦਸ਼ਾਹ ਸ਼ਾਹ ਜਹਾਨ ਦੇ ਕੰਨ ਭਰੇ। ਬਾਦਸ਼ਾਹ, ਸਾਈਂ ਮੀਆਂ ਮੀਰ ਨੇ ਇਸਲਾਮ ਦੀ ਤੋਹੀਨ ਕੀਤੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਉਹਨੇ ਮੱਥਾ ਟੇਕਿਆ, ਇਹਦੇ ਨਾਲ ਸਾਰੇ ਇਸਲਾਮ ਜਗਤ ਦਾ ਸਿਰ ਨੀਵਾਂ ਹੋਇਆ। ਬਾਦਸ਼ਾਹ ਬੜਾ ਗੁੱਸੇ ਵਿੱਚ ਸੀ, ਚੱਲ ਕੇ ਸਾਈਂ ਮੀਆਂ ਮੀਰ ਜੀ ਕੋਲ ਆਇਆ, ਕਹਿਣ ਲੱਗਾ, ਸਾਈਂ ਜੀ ਤੁਸੀਂ ਇਸਲਾਮ ਧਰਮ ਦੇ ਮਹਾਨ ਪੀਰ ਹੋ, ਤੁਹਾਨੂੰ ਇਹ ਕੰਮ ਨਹੀਂ ਸੀ ਸੋਭਦਾ ਕਿ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਇਹ ਯੋਗ ਨਹੀਂ ਹੈ, ਤੁਸੀਂ ਇਹਦੇ ਨਾਲ ਇਸਲਾਮ ਦੀ ਤੋਹੀਨ ਕੀਤੀ। ਸਾਈਂ ਮੀਆਂ ਮੀਰ ਜੀ ਕਹਿੰਦੇ, ਜੇ ਮੈਂ ਨਮਸਕਾਰ ਨਾ ਕਰਦਾ ਫਿਰ ਇਸਲਾਮ ਦੀ ਤੋਹੀਨ ਹੋਣੀ ਸੀ। ਉਹਨਾਂ ਨੂੰ ਨਮਸਕਾਰ ਕੀਤਿਆਂ ਇਸਲਾਮ ਦਾ ਸਿਰ ਨੀਵਾਂ ਨਹੀਂ ਹੋਇਆ, ਉੱਚਾ ਹੋ ਗਿਆ। ਤੂੰ ਜਾਣਦਾ ਹੈ ਉਹ ਕੌਣ ਨੇ? ਸੁਣ, ਮੈਂ ਤੈਨੂੰ ਦੱਸਦਾ ਹਾਂ। ਖੁਦਾ ਦੀ ਦਰਗਾਹ ਵਿੱਚ ਜਦੋਂ ਮੇਰੇ ਵਰਗੇ ਪੀਰ, ਮੇਰੇ ਵਰਗੇ ਪੈਗੰਬਰ ਔਲੀਏ ਪਹੁੰਚਦੇ ਨੇ, ਅਸੀਂ ਤੁਹਾਡੇ ਵਰਗੇ ਮੁਰੀਦਾਂ ਦੀਆਂ ਜਾ ਕੇ ਉੱਥੇ ਪੁਕਾਰਾਂ ਕਰਨੀਆਂ ਹੁੰਦੀਆਂ, ਖੁਦਾ ਦੇ ਕੋਲੋਂ ਕੁਝ ਮੰਗ ਕੇ ਲਿਆ ਕੇ ਤਾਂ ਤੁਹਾਨੂੰ ਦੇਣਾ ਹੁੰਦਾ। ਤੇ ਜਦੋਂ ਅਸੀਂ ਖੁਦਾ ਦੀ ਦਰਗਾਹ ਵਿੱਚ ਪਹੁੰਚਦੇ ਹਾਂ ਤੇ ਖੁਦਾ ਦੀ ਦਰਗਾਹ ਦਾ ਦਰਵਾਜ਼ਾ ਬੰਦ ਹੁੰਦਾ, ਅਸੀਂ ਬਾਹਰ ਖਲੋ ਜਾਂਦੇ ਹਾਂ। ਬਾਹਰ ਖਲੋ ਕੇ ਅਸੀਂ ਪੁਕਾਰ ਕਰਦੇ ਹਾਂ। ਸਾਡੀ ਪੁਕਾਰ ਸੁਣ ਕੇ ਉਹ ਦਰਵਾਜ਼ਾ ਖੁੱਲ੍ਹਦਾ ਹੈ ਤੇ ਨਿਰੰਕਾਰ ਦੇ ਖੁਦਾ ਦੇ ਉਸ ਘਰ ਦੇ ਦਰਵਾਜ਼ੇ ਨੂੰ ਖੋਲ੍ਹ ਕੇ ਬਾਹਰ ਆ ਕੇ ਜਿਹੜੇ ਸਾਡੀ ਪੁਕਾਰ ਸੁਣਨ ਆਉਂਦੇ ਨੇ, ਉਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਹਨ। ਸਤਿ ਸ੍ਰੀ ਅਕਾਲ। ਸਾਡੇ ਕੋਲ ਆ ਕੇ ਸਾਡੀਆਂ ਪੁਕਾਰਾਂ ਸੁਣਦੇ ਨੇ, ਫਿਰ ਅੰਦਰ ਚਲੇ ਜਾਂਦੇ ਐ, ਦਰਵਾਜ਼ਾ ਫਿਰ ਬੰਦ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਫਿਰ ਬਾਹਰ ਆਉਂਦੇ ਐ ਤੇ ਕਹਿੰਦੇ ਆ, ਤੁਹਾਡੀ ਪੁਕਾਰ ਪ੍ਰਵਾਨ ਹੋ ਗਈ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਵਾਜ਼ੇ ਦੇ ਅੰਦਰ ਕੋਈ ਵੱਖਰਾ ਖੁਦਾ ਹੈ ਕਿ ਨਹੀਂ, ਪਰ ਸਾਡੇ ਵਾਸਤੇ ਤਾਂ ਖੁਦਾ ਦੀ ਪਾਕ ਮੂਰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੀ ਹਨ, ਜਿਨ੍ਹਾਂ ਦੇ ਪਾਸ ਸਾਡੀ ਪੁਕਾਰ ਸੁਣੀ ਜਾਂਦੀ ਹੈ। ਤੇ ਦੱਸ ਫਿਰ ਮੈਂ ਉਹਨਾਂ ਨੂੰ ਨਮਸਕਾਰ ਕਿਉਂ ਨਾ ਕਰਦਾ, ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਕਿਉਂ ਨਾ ਟੇਕਦਾ। ਮੈਂ ਸਾਰੀ ਤਾਜ਼ ਜ਼ਿੰਦਗੀ ਉਹਨਾਂ ਦੇ ਚਰਨਾਂ ਵਿੱਚ ਸੀਸ ਰੱਖੀ ਰੱਖਾਂ ਤਾਂ ਵੀ ਉਹਨਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਸਕਦਾ। ਇੱਕ ਮੁਸਲਮਾਨ ਫਕੀਰ ਦੀ ਦ੍ਰਿਸ਼ਟੀ ਵਿੱਚ ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਹਨ। ਅਨੇਕਾਂ ਜੀਵਾਂ ਨੂੰ ਮਹਾਰਾਜ ਜੀ ਨੇ ਕਿਰਤਾਰਥ ਕੀਤਾ।
ਅਨੇਕਾਂ ਸਿੱਖਾਂ ਨੂੰ ਕਿਰਤਾਰਥ ਕੀਤਾ ਹੈ। ਐਸੇ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਜਦੋਂ ਦਰਸ਼ਨ ਕੀਤੇ ਭਾਈ ਗੁਰਦਾਸ ਜੀ ਨੇ, ਤੇ ਦਰਸ਼ਨ ਕਰਦਿਆਂ ਉਹਨਾਂ ਆਖਿਆ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਪਾਤਸ਼ਾਹ ਹੋ, ਪਾਤਸ਼ਾਹਾਂ ਦੇ ਪਾਤਸ਼ਾਹ ਹੋ। ਇਹ ਦੁਨੀਆ ਦੇ ਪਾਤਸ਼ਾਹ ਝੂਠੇ ਪਾਤਸ਼ਾਹ ਨੇ, ਮਹਾਰਾਜ ਤੁਸੀਂ ਸੱਚੇ ਪਾਤਸ਼ਾਹ ਹੋ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲਾਂ ਨੂੰ ਭੰਨਣ ਵਾਲੇ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਯੋਧਾ ਵੀ ਹੋਣਾ ਤੇ ਪਰਉਪਕਾਰੀ ਵੀ ਹੋਣਾ, ਇਹ ਦੋਵੇਂ ਗੱਲਾਂ ਨਹੀਂ ਹੁੰਦੀਆਂ। ਸਤਿਗੁਰੂ ਵੱਡੇ ਯੋਧੇ ਵੀ ਨੇ, ਤੇ ਫਿਰ ਜਿਹੜੇ ਜੰਗ ਲੜੇ ਨੇ ਉਹ ਪਰਉਪਕਾਰ ਵਾਸਤੇ ਲੜੇ ਨੇ। ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਕਲ ਜੁਗ ਪੀੜੀ ਸੋਡੀਆਂ, ਨਿਹਚਲ ਨੀਮ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ। ਦਲ ਪੰਜਨ ਗੁਰ ਸੂਰਮਾ, 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 ਵੱਡ ਜੋਧਾ ਬਹੁ ਪਰ ਉਪਕਾਰੀ, 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 ਵੱਡ ਜੋਧਾ ਬਹੁ ਪਰ ਉਪਕਾਰੀ। ਐਸੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਜਿੱਥੇ ਅੱਜ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ, ਉੱਥੇ ਅੱਜ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਸਤਿ ਸ੍ਰੀ ਅਕਾਲ। ਗੁਰਦਾਸ ਨੰਗਲ ਦੀ ਗੜ੍ਹੀ ਚੋਂ ਬਾਬਾ ਜੀ ਦੀ ਗ੍ਰਿਫਤਾਰੀ ਹੋਈ, ਲਾਹੌਰ ਲਿਜਾਇਆ ਗਿਆ। ਹੋਰ ਕੁਝ ਸਿੱਖਾਂ ਨੂੰ ਗ੍ਰਿਫਤਾਰ ਕੀਤਾ। ਤਕਰੀਬਨ 740 ਸਿੰਘਾਂ ਨੂੰ ਨਾਲ ਗ੍ਰਿਫਤਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਪਿੰਜਰੇ 'ਚ ਬੰਦ ਕਰਕੇ ਦਿੱਲੀ ਲਿਜਾਂਦਾ ਗਿਆ। ਬਾਦਸ਼ਾਹ ਫਰਖਸ਼ੀਰ ਉਹਨਾਂ ਦਿਨਾਂ 'ਚ ਹਿੰਦੁਸਤਾਨ ਦਾ ਬਾਦਸ਼ਾਹ ਸੀ। ਕਈ ਤਰ੍ਹਾਂ ਦੇ ਤਸੀਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਤੇ। ਜਮੂਰਾਂ ਨਾਲ ਤਨ ਤੋਂ ਮਾਸ ਨੋਚਿਆ ਗਿਆ। 4-5 ਵਰ੍ਹਿਆਂ ਦਾ ਬੱਚਾ ਗੋਦ 'ਚ ਰੱਖ ਕੇ ਸ਼ਹੀਦ ਕਰਕੇ ਉਹਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੁਖ 'ਚ ਤੁੰਨਿਆ ਜਾਂਦਾ ਹੈ। ਪਰ ਅਡੋਲ ਗੁਰੂ ਕੀ ਸਿੱਖੀ ਨੂੰ ਨਿਭਾਉਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਠੇ ਨੇ। ਇੱਕ 100 ਸਿੰਘ ਨੂੰ ਰੋਜ਼ ਸ਼ਹੀਦ ਕੀਤਾ ਜਾਂਦਾ ਹੈ।
ਉਹਨਾਂ ਸਿੰਘਾਂ ਵੀ ਇਹੋ ਜੀ ਬਹਾਦਰੀ ਨਾਲ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਕਿ ਜਲਾਦ ਨੂੰ ਕਹਿੰਦੇ ਸੀ ਇੱਕ ਦੂਜੇ ਨੂੰ ਪਿੱਛੇ ਕਰਕੇ, ਹੇ ਮੁਕਤੀ ਦਾਤਾ ਪਹਿਲਾਂ ਮੈਨੂੰ ਮੁਕਤ ਕਰ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ੇਖ ਬਖਤਿਆਰ ਕਾਕੀ ਦੀ ਮਜ਼ਾਰ ਦੇ ਨੇੜੇ, ਉੱਥੇ ਬਾਬਾ ਜੀ ਦਾ ਸ਼ਹੀਦੀ ਅਸਥਾਨ ਹੈ, ਉਸ ਜਗ੍ਹਾ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਇਹੋ ਜਿਹੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਪੰਥ ਦੇ ਮਹਾਨ ਜਰਨੈਲ ਨੇ, ਮਹਾਨ ਸ਼ਹੀਦ ਨੇ। ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਸੰਨ 1716 ਈਸਵੀ ਵਿੱਚ ਬਾਬਾ ਜੀ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਉਹਨਾਂ ਸਮੇਤ ਹੋਰ ਜਿੰਨਿਆਂ ਗੁਰਮੁਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਬਾਬਾ ਜੀ ਦੇ 5 ਸਾਲ 4 ਸਾਲ ਦੇ ਬੱਚੇ ਅਜੈ ਸਿੰਘ, ਬਾਬਾ ਅਜੈ ਸਿੰਘ ਦੀ ਸ਼ਹਾਦਤ ਨੂੰ ਵੀ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਨੂੰ ਰਲ ਮਿਲ ਕੇ ਵਿਚਾਰੀਏ। ਹਾਜ਼ਰੀਆਂ ਲਵਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਚੌਥਾ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬੜਹੰਸ ਹੈ ਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਦੂਜੇ ਘਰ ਸੁਰਤਾਲ ਵਿੱਚ ਇਸ ਪਾਵਨ ਪਵਿੱਤਰ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੈਂ ਮਨ ਵੱਡੀ ਆਸ ਹਰੇ, ਕਿਉ ਕਰ ਹਰ ਦਰਸ਼ਨ ਪਾਵਾ। ਮੇਰੇ ਮਨ ਵਿੱਚ ਵੱਡੀ ਆਸ ਹੈ। ਆਸ ਕਰਨੀ ਹੈ ਤੇ ਫਿਰ ਵੱਡੀ ਕਰੀਏ ਨਾ। ਵੱਡੀ ਆਸ ਇਹ ਹੈ ਕਿ ਹੇ ਪ੍ਰਭੂ ਮੈਨੂੰ ਤੇਰੇ ਦਰਸ਼ਨ ਕਿਵੇਂ ਪ੍ਰਾਪਤ ਹੋਣ। ਇਹ ਆਸ ਇੰਨੀ ਵੱਡੀ ਹੈ ਕਿ ਜੇ ਸਰੀਰ ਨੂੰ ਕਾਗੇ ਨੇ ਪੂਰਨ ਤੌਰ ਤੇ ਢੰਡੋਲ ਕੇ ਚੁੰਡ ਕੇ ਖਾ ਲਿਆ ਤੇ ਨੇਤਰਾਂ ਦੇ ਵਿੱਚ ਹਾਲੇ ਵੀ ਇਹ ਤਾਂਘ ਹੈ ਕਿ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਹੋਣੇ ਆ, ਮੈਂ ਤੁਹਾਡੇ ਦਰਸ਼ਨ ਕਰਨੇ ਆ। ਇਹ ਹੈ ਵੱਡੀ ਆਸ। ਮਹਾਰਾਜ ਭਗਤ ਫਰੀਦ ਜੀ ਇਹਦੀ ਵਿਆਖਿਆ ਕਰ ਰਹੇ ਨੇ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਇਹ ਹੈ ਵੱਡੀ ਆਸ। ਮਹਾਰਾਜ ਮੈਨੂੰ ਕਿਵੇਂ ਤੁਹਾਡੇ ਦਰਸ਼ਨ ਪ੍ਰਾਪਤ ਹੋਣ। ਹੇ ਹਰਿ ਜੀ ਮੈਂ ਕਿਵੇਂ ਆਪ ਜੀ ਦੇ ਦਰਸ਼ਨ ਪਾਵਾਂ। ਹਾਂ ਜਾਏ ਪੁੱਛਾ ਆਪਣੇ ਸਤਿਗੁਰ, ਗੁਰ ਪੁੱਛ ਮਨ ਮੁਗਧ ਸਮਝਾਵਾ। ਮੈਂ ਜਾ ਕੇ ਪੁੱਛਦਾ ਹਾਂ ਆਪਣੇ ਸਤਿਗੁਰਾਂ ਕੋਲ ਤੇ ਗੁਰੂ ਨੂੰ ਪੁੱਛ ਕੇ ਮੈਂ ਆਪਣੇ ਇਸ ਮੂਰਖ ਮਨ ਨੂੰ ਸਮਝਾਉਂਦਾ। ਮੇਰਾ ਜਿਹੜਾ ਇਹ ਨਾ ਸਮਝ ਮਨ ਹੈ, ਮੂਰਖ ਮਨ ਹੈ, ਮੈਂ ਇਸ ਮੂਰਖ ਮਨ ਨੂੰ ਸਮਝਾਉਂਦਾ ਹਾਂ ਗੁਰੂ ਕੋਲੋਂ ਪੁੱਛ ਕੇ। ਭੂਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਮੇਰਾ ਇਹ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਨਾਲ ਸਮਝਦਾ। ਹੋਰ ਕੋਈ ਤਰੀਕਾ ਹੀ ਨਹੀਂ ਹੈ ਇਹਨੂੰ ਸਮਝਾਉਣ ਦਾ। ਸਤਿਗੁਰੂ ਜੀ ਦੇ ਸ਼ਬਦ ਨਾਲ ਇਹ ਭੁੱਲਿਆ ਹੋਇਆ ਮਨ ਸਮਝਦਾ। ਜਦੋਂ ਇਹਨੂੰ ਸਮਝ ਆ ਜਾਏ ਫਿਰ ਇਹ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸਦਾ ਲਈ ਧਿਆਉਂਦਾ ਹੈ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ,
ਸੋ ਹਰ ਚਰਣੀ ਚਿਤ ਲਾਏ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ, ਜਿਸ ਤੇ ਮੇਰਾ ਪਿਆਰਾ ਵਾਹਿਗੁਰੂ ਆਪਣੀ ਨਦਰ ਕਰਦਾ ਹੈ, ਉਹੀ ਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਲਾਉਂਦਾ ਹੈ। ਉਸੇ ਦਾ ਚਿੱਤ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ। ਹਉ ਸਭ ਵੇਸ ਕਰੀ ਪਿਰ ਕਾਰਣ, ਜੇ ਹਰ ਪ੍ਰਭ ਸਾਚੇ ਪਾਵਾ। ਮੈਂ ਜਿੰਨੇ ਵੇਸ ਕੀਤੇ ਨੇ ਹੁਣ ਤਾਈਂ, ਜਿੰਨੇ ਕਰਮ ਕੀਤੇ ਨੇ, ਉਹ ਮੈਂ ਆਪਣੇ ਪਿਰਪਤੀ ਪ੍ਰਮਾਤਮਾ ਦੀ ਪ੍ਰਸੰਨਤਾ ਲਈ ਕੀਤੇ ਨੇ, ਉਹਦੀ ਪ੍ਰਾਪਤੀ ਦੇ ਕਾਰਨ ਲਈ ਕੀਤੇ ਨੇ। ਪਰ ਉਹ ਕੀਤੇ ਹੋਏ ਵੇਸ ਤਾਂ ਹੀ ਸਫਲ ਨੇ ਨਾ ਜੇ ਉਹ ਮੇਰੇ ਹਰੀ ਪ੍ਰਭੂ ਨੂੰ ਪਾਉਣ। ਮੇਰੇ ਵੱਲੋਂ ਕੀਤੇ ਹੋਏ ਉਹ ਕਰਮਾਂ ਦਾ ਸ਼ਿੰਗਾਰ ਤਦੇ ਸਫਲ ਹੈ ਜੇ ਮੇਰੇ ਹਰੀ ਪ੍ਰਭੂ ਸੱਚੇ ਨੂੰ ਭਾ ਜਾਵੇ। ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ, ਹਉ ਕਿਉ ਕਰ ਧੀਰਜ ਪਾਵਾ। ਪਰ ਮੇਰਾ ਉਹ ਰੱਬ ਪਿਆਰਾ ਤਾਂ ਮੇਰੇ ਵੱਲ ਵੇਖਦਾ ਤੱਕ ਵੀ ਨਹੀਂ, ਜਿਹਦੇ ਲਈ ਮੈਂ ਵੇਸ ਬਣਾਇਆ। ਕਿਉਂ ਨਹੀਂ ਵੇਖਦਾ? ਉਹਦਾ ਕਾਰਨ ਹੈ ਕਿ ਮੈਂ ਵੇਸ ਬਣਾਇਆ ਤੇ ਵੇਸ ਬਣਾ ਕੇ ਕਰਮ ਕਰਕੇ ਹੰਕਾਰ ਕੀਤਾ ਵੀ ਮੈਂ ਵੇਸ ਬਣਾਇਆ, ਮੈਂ ਕਰਮ ਕੀਤੇ ਆ, ਤਾਂ ਨਹੀਂ ਵੇਖਿਆ ਉਹਨੇ। ਜੇ ਹੁਣ ਉਹ ਵੇਖੇ ਹੀ ਨਾ ਮੇਰੇ ਵੱਲ, ਤੇ ਜਿਸ ਲਈ ਮੈਂ ਤਿਆਰੀ ਕੀਤੀ ਸੀ, ਜਿਸ ਲਈ ਮੈਂ ਸ਼ਿੰਗਾਰ ਕੀਤਾ ਸੀ, ਤੇ ਉਹ ਨਾ ਵੇਖੇ, ਤੇ ਹੁਣ ਮੈਨੂੰ ਕਿਵੇਂ ਧੀਰਜ ਪ੍ਰਾਪਤ ਹੋਵੇ? ਮੈਂ ਕਿਵੇਂ ਧੀਰਜ ਪਾਵਾਂ? ਜਿਸ ਕਾਰਨ ਹੋ ਸਿਗਾਰ ਸਿਗਾਰੀ, ਸੋ ਪਿਰ ਰਤਾ ਮੇਰਾ ਅਵਰਾ। ਜਿਸ ਵਾਸਤੇ ਮੈਂ ਸਾਰੇ ਸ਼ਿੰਗਾਰ ਸ਼ਿੰਗਾਰੇ ਸਨ, ਮੇਰਾ ਉਹ ਪਿਰ ਹੋਰਾਂ ਵਿੱਚ ਹੀ ਰੱਤਾ ਹੋਇਆ, ਭਾਵ ਹੋਰ ਮਹਾਂਪੁਰਸ਼ਾਂ ਹੋਰ ਮਹਾਤਮਾਵਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ। ਨਾਨਕ ਧਨ 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 ਸੁਹਾਗਣ, ਜਿਨ ਪਿਰ ਰਾਵੜਾ ਸੱਚ ਸਬਰਾ। ਤੇ ਜਿਨ੍ਹਾਂ ਦੇ ਨਾਲ ਉਹ ਮਿਲਿਆ ਹੋਇਆ, ਮਹਾਰਾਜ ਜੀ ਕਹਿੰਦੇ ਉਹ ਸੁਹਾਗਣਾ, ਉਹ ਰੱਬ ਦੇ ਪਿਆਰੇ, ਉਹ ਮਹਾਂਪੁਰਸ਼ ਧਨ ਨੇ, ਧਨ ਨੇ, ਧਨ ਨੇ। ਉਹ ਰੱਬ ਦੇ ਪਿਆਰੇ ਧਨ ਨੇ ਜਿਹੜੇ ਅੱਠੇ ਪੈਰ ਮੇਰੇ ਉਸ ਪਿਰ ਵਾਹਿਗੁਰੂ ਪਰਮੇਸ਼ਰ ਨੂੰ ਰਾਵਦੇ ਹਨ। ਆ ਜਾਏ ਪੁੱਛਾ ਸੁਹਾਗ ਸੁਹਾਗਣ, ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ। ਮੈਂ ਜਾ ਕੇ ਪੁੱਛਦਾ ਹਾਂ ਰੱਬ ਦੇ ਉਹਨਾਂ ਪਿਆਰਿਆਂ ਮਹਾਂਪੁਰਸ਼ਾਂ ਦੇ ਕੋਲ ਕਿ ਹੇ ਰੱਬ ਦੇ ਪਿਆਰਿਓ ਮਹਾਂਪੁਰਸ਼ੋ, ਮੈਨੂੰ ਕਿਰਪਾ ਕਰਕੇ ਦੱਸੋ ਵੀ ਤੁਸੀਂ ਰੱਬ ਕਿਵੇਂ ਪਾਇਆ, ਤੁਹਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਿਵੇਂ ਹੋਈ ਹੈ। ਮੈਂ ਉਪਰ ਨਦਰ ਕਰੀ ਪਿਰ ਸਾਚੈ, ਮੈਂ ਛੋੜਿਆੜਾ ਮੇਰਾ ਤੇਰਾ। ਉਹਨਾਂ ਮਹਾਂਪੁਰਸ਼ਾਂ ਨੇ ਅੱਗੋਂ ਦੱਸਿਆ ਕਿ ਮੈਂ ਆਪਣੇ ਹਿਰਦੇ ਚੋਂ ਪਹਿਲਾਂ ਮੇਰ ਤੇਰ ਦੀ ਬਿਰਤੀ ਛੱਡੀ। ਮੇਰ ਤੇਰ ਦੀ ਬਿਰਤੀ ਨੂੰ ਛੱਡਿਆ ਨਾ ਜਦੋਂ, ਫਿਰ ਸਾਡੇ ਤੇ ਵਾਹਿਗੁਰੂ ਨੇ ਆਪਣੀ ਨਜ਼ਰ ਕੀਤੀ, ਉਹ ਆਪਣੀ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਆ ਕੇ ਮਿਲਿਆ। ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲਿਆ। ਹੇ ਮੇਰੀਏ ਭੈਣੇ, ਜੇ ਤੂੰ ਉਸ ਰੱਬ ਨੂੰ ਮਿਲਣਾ ਤਾਂ ਉਹਦੇ ਵਾਸਤੇ ਇੱਕ ਕੰਮ ਕਰ, ਆਪਣਾ ਤਨ ਮਨ ਧਨ ਉਸ ਮਾਲਕ ਦੇ ਚਰਨਾਂ ਵਿੱਚ ਅਰਪਣ ਕਰ ਦੇ। ਇਸ ਰਸਤੇ ਤੇ ਚੱਲ ਕੇ ਤੂੰ ਉਹਨੂੰ ਮਿਲੇਂਗੀ। ਇਸ ਮਾਰਗ ਤੇ ਚੱਲ ਕੇ ਤੈਨੂੰ ਉਸ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋਵੇਗੀ। ਆਪਨੜਾ ਪ੍ਰਭ ਨਦਰ ਕਰ ਦੇਖੈ, ਨਾਨਕ ਜੋਤ ਜੋਤੀ ਰਲੀਐ। ਉਹ ਆਪਣੜਾ ਪ੍ਰਭੂ ਨਦਰ ਕਰਕੇ ਕਿਰਪਾ ਕਰਕੇ ਵੇਖੇਗਾ। ਜਦੋਂ ਉਹ ਵੇਖੇਗਾ ਤੇਰੀ ਆਤਮਾ ਨੂੰ ਆਪਣੇ ਸਵਰੂਪ ਵਿੱਚ ਮਿਲਾ ਕੇ ਇੱਕ ਮਿਕ ਕਰ ਲਏਗਾ, ਅਭੇਦ ਕਰ ਲਵੇਗਾ। ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ, ਤਿਸ ਮਨ ਤਨ ਆਪਣਾ ਦੇਵਾ। ਜਿਹੜਾ ਮੈਨੂੰ ਮੇਰੇ ਹਰੀ ਪ੍ਰਭੂ ਦੇ ਦਰ ਘਰ ਦਾ ਸੁਨੇਹਾ ਦੇਵੇ, ਕਹਿੰਦੇ ਰੱਬ ਦੇ ਘਰ ਦਾ ਸੁਨੇਹਾ ਦੇਣ ਵਾਲੇ ਨੂੰ ਮੈਂ ਆਪਣਾ ਮਨ ਤਨ ਅਰਪਣ ਕਰ ਦੇਵਾਂ। ਨਿਤ ਪੱਖਾ ਫੇਰੀ ਸੇਵਕ ਮਾਵਾ, ਤਿਸ ਆਗੈ ਪਾਣੀ ਢੋਵਾਂ। ਮੈਂ ਨਿਤ ਉਹਨਾਂ ਨੂੰ ਪੱਖਾ ਝੱਲਾਂ, ਉਹਨਾਂ ਦੀ ਸੇਵਾ ਕਰਾਂ, ਉਹਨਾਂ ਦੇ ਅੱਗੇ
ਉਹਨਾਂ ਦੇ ਚਰਨਾਂ ਵਿੱਚ ਪਾਣੀ ਢੋਣ ਦੀ ਸੇਵਾ ਕਰਾਂ। ਨਿਤ ਨਿਤ ਸੇਵ ਕਰੀ ਹਰ ਜਨ ਕੀ, ਜੋ ਹਰ ਹਰ ਕਥਾ ਸੁਣਾਏ। ਮੈਂ ਨਿਤ ਹਰੀ ਦੇ ਜਨਾਂ ਦੀ ਸੇਵਾ ਕਰਾਂ, ਜਿਹੜੇ ਹਰੀ ਦੇ ਜਨ ਮੈਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਸੁਣਾਉਂਦੇ ਹਨ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਮੇਰੇ ਸਤਿਗੁਰੂ ਜੀ ਧੰਨ ਹਨ ਮੇਰੇ ਸਤਿਗੁਰੂ ਪੂਰੇ ਜੀ, ਜਿਨ੍ਹਾਂ ਨੇ ਮੇਰੇ ਮਨ ਦੀਆਂ ਸਾਰੀਆਂ ਆਸਾਂ ਪੂਰਨ ਕੀਤੀਆਂ ਹਨ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ। ਗੁਰੂ ਸੱਜਣ ਨਾਲ ਮੇਰੇ ਹਰੀ ਪ੍ਰਭੂ ਜੀ ਮੈਨੂੰ ਮਿਲੋ, ਜਿਸ ਗੁਰੂ ਨਾਲ ਮਿਲ ਕੇ ਮੈਂ ਤੁਹਾਡਾ ਨਾਮ ਧਿਆਵਾਂ। ਹੇ ਹਰੀ ਜੀ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਵਾਂ, ਐਸੇ ਗੁਰੂ ਨਾਲ ਮੈਨੂੰ ਮਿਲੋ। ਗੁਰ ਸਤਿਗੁਰ ਪਾਸੋ ਹਰ ਗੋਸਟ ਪੁੱਛਾਂ, ਕਰ ਸਾਂਝੀ ਹਰ ਗੁਣ ਗਾਵਾਂ। ਔਰ ਮੈਂ ਆਪਣੇ ਸਤਿਗੁਰਾਂ ਦੇ ਪਾਸੋਂ ਹਰੀ ਦੀ ਗੋਸ਼ਟ ਪੁੱਛਾਂ, ਔਰ ਗੁਰੂ ਨਾਲ ਸਾਂਝ ਪਾ ਕੇ ਮੈਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਵਾਂ। ਗੁਣ ਗਾਵਾ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਮੈਂ ਨਿਤ ਨਿਤ ਸਦਾ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵਾਂ, ਤੇ ਮੇਰਾ ਇਹ ਮਨ ਜੀਵਦਾ ਹੈ ਉਦੋਂ, ਹੇ ਪ੍ਰਭੂ, ਜਦੋਂ ਮੈਂ ਤੁਹਾਡਾ ਅੰਮ੍ਰਿਤ ਨਾਮ ਸੁਣਦਾ ਹਾਂ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਜਿਸ ਵੇਲੇ ਮੇਰਾ ਸੁਆਮੀ ਮੇਰੇ ਹਿਰਦੇ ਚੋਂ ਵਿਸਰੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਤਿਤ ਵੇਲੇ ਉਸੇ ਵੇਲੇ ਹੀ ਮੇਰੇ ਮਨ ਦਾ ਕਹਿੰਦੇ ਇਹਦਾ ਮਰਨ ਹੋ ਜਾਂਦਾ ਹੈ, ਇਹਦੀ ਮੌਤ ਹੋ ਜਾਂਦੀ ਹੈ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਹਰੀ ਨੂੰ ਵੇਖਣ ਲਈ ਸਾਰੀ ਦੁਨੀਆ ਲੋਚਦੀ ਹੈ, ਪਰ ਵੇਖਦਾ ਉਹ ਹੈ ਜਿਹਨੂੰ ਮੇਰੇ ਹਰੀ ਜੀ ਆਪਣਾ ਆਪ ਵਿਖਾਲਦੇ ਹਨ। ਹਾਂਜੀ, ਜਿਸਨੋ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਜਿਸ ਤੇ ਮੇਰਾ ਪਿਆਰਾ ਵਾਹਿਗੁਰੂ ਆਪਣੀ ਨਦਰ ਕਰਦਾ ਹੈ, ਉਹੀ ਉਸ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੰਭਾਲਦਾ ਹੈ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਜਿਹਨੂੰ ਮੇਰੇ ਪੂਰੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ, ਉਹੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੰਭਾਲਦਾ ਹੈ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ, ਹਰੀ ਦੇ ਜਨ ਹਰੀ ਨਾਲ ਮਿਲ ਕੇ ਇੱਕ ਮੇਕੀ ਹੋ ਗਏ ਨੇ, ਹਰੀ ਦੇ ਜਾਪ ਨੂੰ ਜਪ ਕੇ ਹਰੀ ਵਿੱਚ ਅਭੇਦ ਹੋ ਗਏ ਨੇ। ਇਹੋ ਜੇ ਰੱਬ ਨਾਲ ਮਿਲਿਆ ਹੋਇਆ ਮਹਾਂਪੁਰਸ਼ਾਂ ਮਹਾਤਮਾਵਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਜੋ ਹਰੀ ਦਾ ਹੀ ਰੂਪ ਹੋ ਗਏ ਨੇ, ਹਰੀ ਵਿੱਚ ਮਿਲ ਕੇ ਹਰ ਦਾ ਹੀ ਰੂਪ ਹੋ ਗਏ ਨੇ, ਉਹਨਾਂ ਨੂੰ ਪ੍ਰਣਾਮ ਹੈ, ਨਮਸਕਾਰ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ, ਉਹਨਾਂ ਨਾਲ ਹੋਏ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਵਾਹਿਗੁਰੂ 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 ਵਾਹਿਗੁਰੂ। ਦੀਨ ਦੁਨੀ ਦਾ ਪਾਤਸ਼ਾਹ, 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 ਦੀਨ ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ। ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ। ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ